Hello students, in our today's video we are going to discuss the question answers of 18th poem, that is this the end। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇਸ ਦਾ ਮੀਨਿੰਗ ਦੱਸਿਆ ਸੀ। is this the end ਦਾ ਮਤਲਬ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਜਿਹੜੀ ਉਸਦੀ ਬਾਡੀ ਹੁੰਦੀ ਹੈ ਉਹ ਜਾਂ ਤਾਂ मतलब धरती ਦੇ ਵਿੱਚ ਦਫਨਾ ਦਿੱਤੀ ਜਾਂਦੀ ਹੈ ਜਾਂ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਤਾਂ ਕਹਿੰਦੇ ਜਿਹੜੀ ਆਪਣੀ ਆਤਮਾ ਹੁੰਦੀ ਹੈ ਉਹਦਾ ਅੰਤ ਨਹੀਂ ਹੁੰਦਾ, ਸਿਰਫ ਆਪਣੀ ਬਾਡੀ ਦਾ ਅੰਤ ਹੁੰਦਾ ਹੈ। ਤੇ ਜਿਹੜੀ ਆਪਣੀ ਆਤਮਾ ਹੁੰਦੀ ਹੈ ਉਹਦੀ ਇੱਕ ਬਾਡੀ ਚੋਂ ਨਿਕਲ ਕੇ ਦੂਸਰੀ ਬਾਡੀ ਦੇ ਵਿੱਚ ਜਾ ਕੇ ਪੈ ਜਾਂਦੀ ਹੈ। ਇਹਦੇ ਅੱਜ ਆਪਾਂ ਸ਼ਾਰਟ ਕੁਐਸਚਨਸ ਦੇਖਾਂਗੇ। The poet presents a view of life in this poem. What is it? ਕਹਿੰਦੇ ਜਿਹੜਾ ਪੋਇਟ ਹੈ ਇਸ ਪੋਇਮ ਦੇ ਵਿੱਚ ਇੱਕ ਵਿਊ ਆਫ ਲਾਈਫ, ਜ਼ਿੰਦਗੀ ਦਾ ਇੱਕ ਵਿਊ ਦਿਖਾ ਰਿਹਾ, ਉਹ ਕਿਹੜਾ ਹੈ? ਦ ਪੋਇਟ ਪ੍ਰੈਜ਼ੈਂਟਸ ਅ ਸਪਿਰਿਚੁਅਲ ਵਿਊ ਆਫ ਲਾਈਫ ਇਨ ਦ ਪੋਇਮ। ਕਹਿੰਦੇ ਜਿਹੜਾ ਪੋਇਟ ਹੈ ਉਸਨੇ ਇੱਕ ਸਪਿਰਿਚੁਅਲ ਮਤਲਬ ਆਤਮਿਕ ਵਿਊ ਦਿਖਾਇਆ ਪੋਇਮ ਦੇ ਵਿੱਚ। ਅਕੋਰਡਿੰਗ ਟੂ ਹਿਮ ਅ ਮੈਨ ਇਜ਼ ਫੋਰਗੋਟਨ ਸੂਨ ਆਫਟਰ ਹਿਜ਼ ਡੈਥ ਐਂਡ ਹਿਜ਼ ਬੋਡੀ ਮਿੰਗਲਸ ਵਿਦ ਦ ਡਸਟ। ਉਹਦੇ ਅਕੋਰਡਿੰਗ ਜਿਹੜਾ ਬੰਦਾ ਹੈ ਉਸਨੂੰ ਉਸਦੀ ਮੌਤ ਤੋਂ ਬਾਅਦ ਹਰ ਇੱਕ ਜਣਾ ਭੁੱਲ ਜਾਂਦਾ ਹੈ ਅਤੇ ਜਿਹੜੀ ਉਹਦੀ ਬਾਡੀ ਹੈ ਉਹ ਮਿੱਟੀ ਦੇ ਵਿੱਚ ਮਿਕਸ ਹੋ ਜਾਂਦੀ ਹੈ। ਮਿੰਗਲਸ ਮਤਲਬ ਹੁੰਦਾ ਮਿਲਣਾ। ਹਾਊਐਵਰ ਦਿਸ ਇਜ਼ ਨੋਟ ਦ ਐਂਡ ਆਫ ਲਾਈਫ। ਪਰ ਉਹ ਕਹਿੰਦੇ ਵੀ ਜਦ ਕਿ ਇਹ ਜ਼ਿੰਦਗੀ ਦਾ ਅੰਤ ਨਹੀਂ ਹੈ। ਦ ਡਿਵਾਈਨ ਸਪਾਰਕ ਇਨ ਮੈਨ ਨੈਵਰ ਕਮਸ ਟੂ ਐਨ ਐਂਡ। ਕਹਿੰਦੇ ਜਿਹੜੀ ਬੰਦੇ ਦੀ ਆਤਮਾ ਹੁੰਦੀ ਹੈ ਉਹਦਾ ਕਦੇ ਵੀ ਅੰਤ ਨਹੀਂ ਹੁੰਦਾ। ਇਟ ਪਾਸਿਸ ਔਨ ਫਰੋਮ ਵਨ ਇੰਡੀਵਿਜੂਅਲ ਟੂ ਅਨਦਰ। ਕਹਿੰਦੇ ਇਹ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਚਲੀ ਜਾਂਦੀ ਹੈ। ਜਦੋਂ ਇੱਕ ਬੰਦੇ ਦੀ ਡੈਥ ਹੁੰਦੀ ਹੈ ਤਾਂ ਜਿਹੜੀ ਉਹਦੀ ਆਤਮਾ ਹੈ ਉਹ ਇੱਕ ਬਾਡੀ 'ਚੋਂ ਨਿਕਲ ਕੇ ਦੂਸਰੀ ਬਾਡੀ 'ਚ ਚਲੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਵਟ ਇਜ਼ ਨੋਰਮਲੀ ਦ ਐਂਡ ਆਫ ਲਾਈਫ। ਕਹਿੰਦੇ ਜ਼ਿੰਦਗੀ ਦਾ ਐਂਡ ਕੀ ਹੈ? ਡੈਥ ਇਜ਼ ਨੋਰਮਲੀ ਕੰਸੀਡਰਡ ਟੂ ਬੀ ਦ ਐਂਡ ਆਫ ਲਾਈਫ। ਕਹਿੰਦੇ ਜਿਹੜੀ ਮੌਤ ਹੈ ਉਹਨੂੰ ਜ਼ਿੰਦਗੀ ਦਾ ਅੰਤ ਮੰਨਿਆ ਜਾਂਦਾ ਹੈ। ਆਫਟਰ ਡੈਥ ਅ ਮੈਨ ਇਜ਼ ਈਦਰ ਕ੍ਰੀਮੇਟਡ ਔਰ ਬਰਿਡ। ਕਹਿੰਦੇ ਡੈਥ ਤੋਂ ਬਾਅਦ ਇੱਕ ਬੰਦੇ ਨੂੰ ਜਾਂ ਤਾਂ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੈ ਜਾਂ ਫਿਰ ਉਹਨੂੰ ਜਲਾ ਦਿੱਤਾ ਜਾਂਦਾ ਹੈ। ਹੀ ਇਜ਼ ਸੂਨ ਫੋਰਗਟਨ। ਅਤੇ ਜਲਦੀ ਉਹਨੂੰ ਲੋਕ ਭੁੱਲ ਜਾਂਦੇ ਨੇ। ਹਿਜ਼ ਬੋਡੀ ਬਿਕਮਸ ਅ ਪਾਰਟ ਆਫ ਦ ਡਸਟ। ਅਤੇ ਜਿਹੜੀ ਉਹਦੀ ਬਾਡੀ ਹੁੰਦੀ ਹੈ ਉਹ ਮਿੱਟੀ ਦਾ ਪਾਰਟ ਬਣ ਕੇ ਰਹਿ ਜਾਂਦੀ ਹੈ। ਦਿਸ ਇਜ਼ ਵਾਟ ਜਨਰਲੀ ਹੈਪਨਸ। ਕਹਿੰਦੇ ਨੋਰਮਲੀ ਇਹੀ ਚੀਜ਼ ਵਾਪਰਦੀ ਹੈ। ਨੈਕਸਟ ਕੁਐਸਚਨ ਹੈ why is the poet not prepared to accept that physical death is the end of life। ਕਹਿੰਦੇ ਜਿਹੜਾ ਪੋਇਟ ਹੈ ਉਹ ਇਹ ਕਿਉਂ ਨਹੀਂ ਮੰਨਦਾ ਵੀ ਜਿਹੜੀ ਫਿਜ਼ੀਕਲੀ ਡੈਥ ਹੈ ਮਤਲਬ ਸਰੀਰ ਦੀ ਡੈਥ ਹੋਣਾ ਜ਼ਿੰਦਗੀ ਦਾ ਅੰਤ ਹੈ। the poet is not prepared to accept that physical death is the end of life because death can kill the body only not the soul। ਕਹਿੰਦੇ ਕਵੀ ਤਾਂ ਨਹੀਂ ਮੰਨਦਾ ਵੀ ਜਿਹੜੀ ਆਪਣੀ ਹਿਊਮਨ ਬੋਡੀ ਹੈ ਉਹਦੇ ਮਰਨ ਨਾਲ ਤਾਂ ਕਰਕੇ ਜ਼ਿੰਦਗੀ ਦਾ ਅੰਤ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਮਰਦਾ ਹੈ ਤਾਂ ਉਹ ਸਿਰਫ ਆਪਣੀ ਬਾਡੀ ਜਿਹੜੀ ਆਪਣੀ ਸਰੀਰ ਹੈ ਉਹ ਮਰਦਾ ਹੈ, ਆਪਣੀ ਜਿਹੜੀ ਆਤਮਾ ਹੈ ਉਹ ਨਹੀਂ ਮਰਦੀ। ਦ ਸਾਊਲ ਇਜ਼ ਇਮੋਰਟਲ। ਜਿਹੜੀ ਆਪਣੀ ਆਤਮਾ ਹੈ ਉਹ ਕੀ ਹੁੰਦੀ ਹੈ? ਅਮਰ ਹੁੰਦੀ ਹੈ। ਦ ਡਿਵਾਈਨ ਸਪਾਰਕ ਪਾਸਿਸ ਔਨ ਫਰੋਮ ਵਨ ਇੰਡੀਵਿਜੂਅਲ ਟੂ ਅਨਦਰ। ਅਤੇ ਕਹਿੰਦੇ ਜਿਹੜੀ ਇਹ ਆਪਣੀ ਆਤਮਾ ਹੁੰਦੀ ਹੈ ਉਹ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਚਲੀ ਜਾਂਦੀ ਹੈ, ਮਤਲਬ ਇੱਕ ਪ੍ਰਾਣੀ ਤੋਂ ਦੂਸਰੇ ਪ੍ਰਾਣੀ ਦੇ ਵਿੱਚ ਦੂਸਰੀ ਬਾਡੀ ਦੇ ਵਿੱਚ ਚਲੀ ਜਾਂਦੀ ਹੈ। ਡੈਥ ਕੈਨ ਨਾਟ ਟੱਚ ਇਟ। ਜਿਹੜੀ ਡੈਥ ਹੈ ਮੌਤ ਹੈ ਉਹਨੂੰ ਟੱਚ ਨਹੀਂ ਕਰ ਸਕਦੀ। ਦ ਹਿਊਮਨ ਲੌਂਗਿੰਗਸ ਐਂਡ ਐਸਪੀਰੇਸ਼ਨਸ ਆਰ ਬਿਯੋਂਡ ਦ ਰੀਚ ਆਫ ਡੈਥ। ਕਹਿੰਦੇ ਜਿਹੜੇ ਲੋਕਾਂ ਦੀ ਪਹੁੰਚ ਹੈ, ਉਮੀਦਾਂ ਨੇ, ਇੱਛਾਵਾਂ ਨੇ, ਉਹ ਡੈਥ ਦੀ ਪਹੁੰਚ ਤੋਂ ਪਰਾਂ ਨੇ। ਨੈਕਸਟ ਕੁਐਸਚਨ ਹੈ what do the harp and tree symbolize? explain in about 60 words। ਕਹਿੰਦੇ ਜਿਹੜੇ ਹਾਰਪ ਤੇ ਟਰੀ ਆਪਾਂ ਪੜ੍ਹਿਆ ਸੀ ਨਾ, ਕਹਿੰਦੇ ਕਿਹੜੀ ਕਿਹੜੀ ਚੀਜ਼ ਨੂੰ ਸਿੰਬਲ ਕਰਦੇ ਨੇ। ਦੇਖੋ ਦ ਹਾਰਪ ਅ ਮਿਊਜ਼ੀਕਲ ਇੰਸਟਰੂਮੈਂਟ ਹੈਜ਼ ਬੀਨ ਯੂਜ਼ਡ ਸਿੰਬਲੀ ਇਨ ਦ ਪੋਇਮ। ਕਹਿੰਦੇ ਜਿਹੜਾ ਹਾਰਪ ਵਰਡ ਹੈ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੁੰਦਾ ਹੈ ਅਤੇ ਇਹਨੂੰ ਇੱਕ ਸਿੰਬਲ ਦੇ ਲਈ ਪੋਇਮ ਦੇ ਵਿੱਚ ਯੂਜ਼ ਕੀਤਾ ਗਿਆ ਹੈ। ਕਿਹੜਾ ਸਿੰਬਲ ਸੀਗਾ? ਹਿਊਮਨ ਬੋਡੀ। ਇਟ ਸਟੈਂਡਸ ਫॉर ਦ ਹਿਊਮਨ ਬੋਡੀ। ਇਹ ਹਿਊਮਨ ਬੋਡੀ ਲਈ ਵਰਤਿਆ ਗਿਆ ਹੈ। ਦ ਹਾਰਪ ਮੇ ਬ੍ਰੇਕ ਬਟ ਦ ਅਨਸੀਨ ਪਲੇਅਰ ਨੈਵਰ ਡਾਈਜ਼। ਅਤੇ ਕਹਿੰਦੇ ਜਿਹੜਾ ਹਾਰਪ ਹੈ ਹਿਊਮਨ ਬੋਡੀ ਹੈ ਉਹ ਮਰ ਸਕਦੀ ਹੈ। ਅਨਸੀਨ ਪਲੇਅਰ ਮਤਲਬ ਕਿਹਾ ਗਿਆ ਉਰੇ ਆਤਮਾ ਨੂੰ, ਵੀ ਜਿਹੜੀ ਆਤਮਾ ਹੈ ਉਹ ਕਦੇ ਵੀ ਮਰਦੀ ਨਹੀਂ ਹੈਗੀ।
इन अदर वर्ड्स द बॉडी मे डाई बट द साउल इज़ इमोटल। कहते दूजे शब्दों के विच जिहड़ी बॉडी है वह मर जाती है तो जिहड़ी आत्मा है वह की हुंदी है, अमर हुंदी है। द ट्री ऑल्सो रिप्रजेंट्स द ह्यूमन बॉडी। कहते जिहड़े ट्रीज है वह भी ह्यूमन बॉडी नूं रिप्रजेंट कर रहे हैं। द ट्री मे फॉल द ह्यूमन बॉडी मे कम टू एन एंड। कहते जिहड़े ट्री है वह गिर सकते हैं तो जिहड़ी ह्यूमन बॉडी है वह भी एंड हो सकता है। बट द सॉन्ग ऑफ द बर्ड नैवर किसिज द साउल नैवर डाइज। पर कहते जिहड़ा बर्ड है उहदे ते बैठ के गाना गांदा है वह कदे भी बंद नहीं हो सकता। जे रुख गिर जूगा तो बर्ड नूं थोड़ा कुछ होगा, वो एक दरख्त तो उड़ के दूसरे दरख्त ते बैठ जाता है। इसी तरह जिहड़े साउल है आत्मा वह कदे भी मर नहीं सकती। अगला क्वेश्चन है व्हाट इज़ द सेंट्रल आइडिया कंटेन्ड इन द पोइम। The central idea contained in the poem is that the process of evaluation is not to stop at intellectual level। कहते सेंट्रल आइडिया ये पोइम का भी जिहड़ा इवैल्यूएशन का प्रोसैस हुंदा है उन्होंने कदे भी इंटैक्चुअल जिहड़ा अपना दिमागी लैवल नाल स्टॉप नहीं किया जा सकता। इट हैज़ टू कंटिन्यू फर्दर टिल मैन रीच द स्टेज ऑफ अ स्टेट ऑफ डिवाइन ब्लिस परम आनंद। कहते ये कंटिन्यू बंदे का अगे अगे चलता रहता है। हुण देखो एक बच्चे का जन्म होंदा है तो बिल्कुल ही इनफैंट एज दे होंदा है, वो आप ही वड्डा वड्डा होके देखो एंड बुढ़ापे की एज च आ जाता है। ये तो नहीं उन्होंने कोई करता है, एक ही एक नैचुरली प्रोसैस है। अ मैन इज़ फॉरगॉटन सून आफ्टर द डैथ आफ्टर हिज डैथ। कहते एक बंदा है जिहड़ा उहदी डैथ तो बाद उन्होंने जल्दी लोग भुल जाते हैं। हिज बॉडी मिंगल्स विद द डस्ट। ਉਹਦੀ ਜਿਹੜੀ ਬॉडी ਹੁੰਦੀ ਹੈ ਡਸਟ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। बट दिस इज़ नॉट द एंड ऑफ लाइफ। पर यह जिंदगी का अंत नहीं है। द पोइट इंस्पायर्स अस टू वेंचर फोर्थ इनटू द अननोन रील्स ऑफ स्पिरिचुअली मच अबव द इंटलेक्चुअल और फिजिकल ब्लिस। कहते जो पोइट है वह ये चीज़ तो इंस्पायर है भी जोड़ा आत्मा है वह कभी भी मरदी नहीं, वह फिजिकल नाल ठीक है दिमाग नाल कोई भी लिंक नहीं हुंदा, इन्हां सारिया चीज़ों तो वह बहुत उपर हुंदी है। नैक्सट द लास्ट क्वेश्चन है वट फिलोसफी इज़ प्रेजेंट इन दिस पोइम द इज़ दिस द एंड। कहते ये किहड़ी फिलोसफी दसी गई है। द पोइम इम्बॉडीज अ स्पिरिचुअल व्यू ऑफ ह्यूमन लाइफ। कहते ये की दसिया गया ह्यूमन लाइफ बारे दसिया गया है, वो जी आत्मा है वो बारे दसिया गया है। अ मैन इज़ फॉरगॉटन आफ्टर हिज डैथ। एक बंदे नूं उहदी डैथ तो बाद भुला दिता जाता है। ही इज़ बरीड और क्रिमेटेड, उन्होंने जा जला दिता जाता है या फिर दफना दिता जाता है। बट दिस इज़ नॉट द एंड ऑफ लाइफ। पर वो कहते हैं जिंदगी का अंत नहीं है। द डिवाइन स्पार्क इन हिम नैवर कम्स टू एन एंड। कहते जी आत्मा होंगी है कभी भी अंत नहीं होंदा। द पोइट इंस्पायर्स अस टू वेंचर फोर्थ इट्स इनटू द अननोन रील्स ऑफ स्पिरिचुअलिटी मैनस साउल हैज़ टू कंटिन्यू टू सीक डिवाइन ब्लैस और परम आनंद। कहते जो पोइट इंस्पायर करता है भी जोड़े आत्मा है वह अमर होंगी है तो जोड़ा बंदा है उन्होंने एंड दे विच परम आनंद मिल जाता है, मतलब वो रब कोल चला जाता है। बट जी साउल है वह हमेशा ही उरे ही रही है। नैक्सट है सेंटर आइडिया। देखो सेंटर आइडिया जो भी अपने हुण कीता है वही सारा तुसी शॉर्ट क्वेश्चनस नूं कंबाइन करके सेंटर आइडिया ते समरी कर सकते हो। इसनूं अलग कुछ भी लर्न करने की लोड़ नहीं है। तो ये अज अपने की अपनी 18th पोइम। उम्मीद है कि तुहानूं ये चंगी तरह समझ आ गई होगी।